ਤਾਂ ਮੈਨੂੰ ਪਤਾ ਲੱਗਿਆ ਕਿ ਉਹਨਾਂ ਨੇ ਸੁਸਾਈਡ ਕੀਤਾ ਬਿਕੋਜ਼ ਜਿੱਥੇ ਉਹ ਕੰਮ ਕਰਦੇ ਸੀਗੇ ਕੁਝ ਗਲਤ ਹੋਇਆ ਸੀਗਾ, ਉਸ ਕਰਕੇ ਉਹਨਾਂ ਨੇ ਉਹ ਸੁਸਾਈਡ ਕਮਿਟ ਕਰ ਲਿਆ। ਮੈਂ ਵੀ ਉਸ ਫੇਸ ਤੋਂ ਗੁਜ਼ਰ ਰਹੀ ਸੀਗੀ, ਬਟ ਉਹ ਡੈਥ ਨੇ ਮੈਨੂੰ ਪੂਰਾ ਜਿੱਦਾਂ ਝੰਜੋੜ ਦਿੰਦੇ ਨਾ ਅੰਦਰੋਂ, ਬਿਲਕੁਲ ਮਤਲਬ ਹਾਂਜੀ ਬਿਲਕੁਲ। ਉਹਨਾਂ ਨੇ ਮੈਨੂੰ ਦੱਸਿਆ ਕਿ ਉਹ ਬਾਇਸੈਕਸ਼ੂਅਲ ਹੈਗੇ, ਲਾਈਕ ਉਹਨਾਂ ਦਾ ਇੰਟਰਸਟ ਵਿਮਨ ਵਿੱਚ ਵੀ ਹੈਗਾ, ਮੈਨ ਵਿੱਚ ਵੀ ਹੈਗਾ। ਉਹ 50 ਇਅਰਸ ਦੇ ਸੀਗੇ ਤਦੋਂ। What is the actual pain and the kind of a struggle you have mentioned in this novel? How that evolves actually? I have seen one of my friend in my childhood. She was also bisexual. Always ready to grab attention if somebody, if it could be any guy or a girl. So for that thing she has to pass through many molestation phases, many mental turmoil phases because people use and throw. 15-20 ਬੱਚੇ ਤਾਂ ਟੀਨੇਜਰ ਸੀਗੇ, ਲਾਈਕ 15-20 ਸਾਲ ਦੇ ਮਿਡਲ ਏਜ ਦੇ ਬਹੁਤ ਸਾਰੇ ਲੋਕ ਸੀਗੇ ਜਿਹੜੇ ਇਹੀ ਸਟਰਗਲ ਕਰ ਰਹੇ ਹੈਗੇ ਕਿ ਸਾਨੂੰ ਲੋਕੀ ਐਕਸੈਪਟ ਕਰਨ, ਸਾਨੂੰ ਨੈਚੁਰਲੀ ਐਕਸੈਪਟ ਕਰਨ। ਸਾਨੂੰ ਵੀ ਉਹ ਇੱਕ ਰਾਈਟ ਬਣਦਾ ਹੈ ਕਿ ਸਾਨੂੰ ਉਹੀ ਇੱਜ਼ਤ ਮਿਲੇ, ਉਹੀ ਜਗ੍ਹਾ ਮਿਲੇ ਸੁਸਾਇਟੀ 'ਚ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ। ਅੱਜ ਪ੍ਰੈਸ ਕਲੱਬ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਇੱਕ ਪਰਪਲ ਕਾਊਚ ਨਾਵਲ ਹੈਗਾ, ਇੱਕ ਖਾਸ ਕਰਕੇ ਲਿਖਿਆ ਗਿਆ ਹੈ LGBTQ ਕਮਿਊਨਿਟੀ 'ਤੇ। ਔਰ ਨਾਵਲ ਲਿਖਣ ਵਾਲੇ ਜਿਹੜੇ ਰਾਈਟਰ ਨੇ ਉਹ ਅੱਜ ਸਾਡੇ ਨਾਲ ਨੇ, ਕੈਨੇਡਾ ਬੇਸਡ ਨੇ, ਸੁਨੈਨਾ ਸਿੰਧਵਾਨੀ। ਸੁਨੈਨਾ ਸਿੰਧਵਾਨੀ ਸਾਡੇ ਨਾਲ ਨੇ, ਉਹ ਰਾਈਟਰ ਨੇ, ਉਹਨਾਂ ਨੇ ਇੱਕ ਨਾਵਲ ਲਿਖਿਆ। ਡਿਫਰੈਂਟ ਜਿਹਾ ਸਬਜੈਕਟ ਹੈਗਾ, ਹਟ ਕੇ ਹੈਗਾ। ਪਹਿਲੇ ਵੀ ਉਹ ਨਾਵਲ ਲਿਖ ਚੁੱਕੇ ਨੇ, ਕੈਨੇਡਾ 'ਚ ਰਹਿੰਦੇ ਨੇ, ਸਕਿਨ ਸਪੈਸ਼ਲਿਸਟ ਨੇ, ਨਿਊਟ੍ਰੀਸ਼ਨਿਸਟ ਨੇ ਅਤੇ ਇੱਕ ਵਧੀਆ ਇਨਸਾਨ ਵੀ ਨੇ। ਗੱਲਬਾਤ ਕਰਦੇ ਹਾਂ। ਬੜੀਆਂ ਡਿਫਰੈਂਟ ਪਰਸਨੈਲਿਟੀ ਹੈਗੀ ਹੈ ਇਹਨਾਂ ਦੀ, ਕਿਉਂਕਿ ਇਹਦੇ ਵਿੱਚ ਇਹਨਾਂ ਦਾ ਫੇਸਿਟ ਬਹੁਤ ਨੇ, ਮਲਟੀਟਾਸਕਿੰਗ ਕਰ ਰਹੇ ਨੇ। ਇੱਕ ਪਾਸੇ ਲੋਕਾਂ ਦੀ ਸਿਹਤ ਦੇ ਧਿਆਨ ਵਾਸਤੇ ਖਾਣਾ ਕੀ ਖਾਣਾ ਅਤੇ ਕੀ ਨਹੀਂ ਖਾਣਾ, ਉਹਦੇ ਬਾਰੇ ਗੱਲਬਾਤ ਕਰਦੇ ਨੇ। ਖਾਸ ਕਰਕੇ ਜਿਸ ਕਿਸੇ ਨੂੰ ਆਪਣਾ ਘਟਾਉਣਾ ਭਾਰ ਹੋਵੇ ਜਾਂ ਵਧਾਉਣਾ ਭਾਰ ਹੋਵੇ, ਉਹਦੀ ਉਹ ਰੂਪਰੇਖਾ ਬਣਾ ਕੇ ਦਿੰਦੇ ਨੇ। ਉਹਦੇ ਨਾਲ ਹੀ ਜੇ ਗੱਲ ਕਰੀਏ ਸਕਿਨ, ਤੁਹਾਡੀ ਸਕਿਨ ਕਿਵੇਂ ਦੀ ਹੋਣੀ ਚਾਹੀਦੀ ਹੈ, ਤੁਹਾਨੂੰ ਚੰਗੀ ਸਕਿਨ ਚਾਹੀਦੀ ਹੈ, ਤੁਹਾਡੀ ਸਕਿਨ ਦੀਆਂ ਕੁਝ ਪ੍ਰੋਬਲਮਸ ਨੇ, ਉਸ ਨੂੰ ਆਰਡਰ 'ਚ ਲੈ ਕੇ ਆਉਂਦੇ ਨੇ। ਔਰ ਡਿਫਰੈਂਟ ਜਿਹੇ ਨਾਵਲਸ, ਕੰਬੀਨੇਸ਼ਨ ਬੜਾ ਔਡ ਵੀ ਹੈ ਪਰ ਬੜਾ ਡਿਫਰੈਂਟ ਵੀ ਹੈ। ਗੱਲਬਾਤ ਕਰਦੇ ਹਾਂ। ਸਵਾਗਤ ਹੈ ਜੀ। ਸ਼ੁਕਰੀਆ। ਮੈਂ ਬੜਾ ਅਜੀਬ ਜੀ ਇੰਟਰੋਡਕਸ਼ਨ ਦਿੱਤੀ ਹੈ ਨਾ ਤੁਹਾਡੀ, ਬਈ ਕੰਬੀਨੇਸ਼ਨ ਬੜਾ ਔਡ ਵੀ ਹੈ ਪਰ ਬਹੁਤ ਡਿਫਰੈਂਟ ਵੀ ਹੈ। ਬਹੁਤ ਹੀ ਵਧੀਆ। ਆਈ ਐਮ ਰੀਅਲੀ ਹੈਪੀ। ਤੁਸੀਂ ਪਹਿਲੇ ਵੀ ਬੁੱਕ ਲਿਖੀ ਹੈ ਅਤੇ ਇੱਕ ਬੁੱਕ ਹੈ ਲਿਖ ਰਹੇ ਹੋ। ਇਹ ਦੋਨੋਂ ਬੁੱਕਸ ਦਾ ਮਤਲਬ ਕਿ ਵੈਸੇ ਤਾਂ ਆਪਾਂ ਪਰਪਲ ਕਾਊਚ ਦੀ ਬੇਸਿਕਲੀ ਗੱਲ ਕਰਨੀ ਹੈ। ਥੋੜ੍ਹਾ ਜਿਹਾ ਪਹਿਲੀ ਬੁੱਕ ਬਾਰੇ ਆਪਣੀ ਦੱਸ ਕੇ, ਔਰ ਤੁਸੀਂ ਰਾਈਟਰ ਕਿਵੇਂ ਹੋ ਗਏ? ਤੁਸੀਂ ਨਿਊਟ੍ਰੀਸ਼ਨਿਸਟ ਸੀਗੇ, ਤੁਸੀਂ ਹੈ ਹੋ, ਤੁਸੀਂ ਸਕਿਨ ਸਪੈਸ਼ਲਿਸਟ ਹੋ, ਰਾਈਟਰ ਕਿਵੇਂ ਹੋ ਗਏ? ਇਹ ਸਾਰੀਆਂ ਚੀਜ਼ਾਂ ਤੋਂ ਕੰਬੋ ਕਿੱਥੋਂ ਸਟਾਰਟ ਹੋਈ? ਉਹ ਜਿਹੜੀ ਇੱਕ ਤਾਂਗ ਹੁੰਦੀ ਹੈ, ਜਿਹੜੀ ਇੱਕ ਤੁਹਾਡੇ 'ਚ ਇੱਕ ਕੀੜਾ ਰਾਈਟਰ ਦਾ ਹੁੰਦਾ। ਮੈਂ ਕੈਨੇਡਾ 2014 ਵਿੱਚ ਚਲੀ ਗਈ ਸੀਗੀ ਅਤੇ ਉੱਧਰ ਮੈਨੂੰ ਥੋੜ੍ਹਾ ਜਿਹਾ ਡਿਪਰੈਸ਼ਨ ਹੋ ਗਿਆ ਸੀਗਾ। ਅਤੇ ਉਹ ਡਿਪਰੈਸ਼ਨ ਵੱਧਦਾ ਇੱਦਾਂ ਹੋਇਆ ਕਿ ਮੈਂ ਬ੍ਰੇਨ ਟਰਾਮਾ 'ਚ ਚਲੀ ਗਈ ਅਤੇ ਮੇਰੀ ਯਾਦਾਸ਼ਤ ਚਲੀ ਗਈ ਜੀ ਬਿਲਕੁਲ। ਅਤੇ ਮੈਂ ਸਿਰਫ ਆਪਣੇ ਮੰਮੀ ਪਾਪਾ ਨੂੰ ਹੀ ਪਹਿਚਾਣਦੀ ਸੀਗੀ। ਉਸ ਟਾਈਮ 'ਤੇ ਮੇਰੀ ਇੱਕ ਫਰੈਂਡ ਜਿਹੜੀ ਇੰਡੀਆ ਰਹਿੰਦੀ ਸੀਗੀ, ਮੈਨੂੰ ਪਤਾ ਲੱਗਦਾ ਹੈ ਕਿ ਉਹਨਾਂ ਨੇ ਸੁਸਾਈਡ ਕਰ ਲਿੱਤਾ। ਮੇਰੀ ਬਹੁਤ ਹੀ ਕਲੋਜ਼ ਫਰੈਂਡ ਸੀਗੇ। ਤਾਂ ਫਿਰ ਮੈਂ ਇੰਡੀਆ ਆਈ 2017 ਵਿੱਚ। ਜਦੋਂ ਮੈਨੂੰ ਪਤਾ ਲੱਗਿਆ, ਸਾਕਸ਼ੀ ਨਾਮ ਸੀਗਾ, ਤਾਂ ਮੈਨੂੰ ਪਤਾ ਲੱਗਿਆ ਕਿ ਉਹਨਾਂ ਨੇ ਸੁਸਾਈਡ ਕੀਤਾ ਬਿਕੋਜ਼ ਜਿੱਥੇ ਉਹ ਕੰਮ ਕਰਦੇ ਸੀਗੇ ਕੁਝ ਗਲਤ ਹੋਇਆ ਸੀਗਾ, ਉਸ ਕਰਕੇ ਉਹਨਾਂ ਨੇ ਉਹ ਸੁਸਾਈਡ ਕਮਿਟ ਕਰ ਲਿੱਤਾ। ਆਲਦੋ ਮੈਂ ਵੀ ਉਸ ਫੇਸ ਤੋਂ ਗੁਜ਼ਰ ਰਹੀ ਸੀਗੀ, ਬਟ ਉਹ ਡੈਥ ਨੇ ਮੈਨੂੰ ਪੂਰਾ ਜਿੱਦਾਂ ਝੰਜੋੜ ਦਿੰਦੇ ਨਾ ਅੰਦਰੋਂ, ਬਿਲਕੁਲ ਮਤਲਬ ਹਾਂਜੀ ਬਿਲਕੁਲ। ਬੱਚੇ ਬਹੁਤ ਛੋਟੇ ਸੀਗੇ ਉਹਨਾਂ ਦੇ, 4 ਸਾਲ ਦਾ ਇੱਕ ਬੱਚਾ, ਇੱਕ 8 ਸਾਲ ਦਾ ਬੱਚਾ। ਤਾਂ ਮੈਂ ਡਿਸਾਈਡ ਕੀਤਾ, ਉਹਨਾਂ ਦੇ ਹਸਬੈਂਡ ਨੂੰ ਵੀ ਮੈਨੂੰ ਨਾ ਇੱਕ ਡਾਇਰੀ ਦਿੱਤੀ ਜਿਹੜੀ ਸਾਕਸ਼ੀ ਲਿਖਦੀ ਸੀ, ਜਿਹੜੀ ਮੇਰੀ ਪਹਿਲੀ ਫਰੈਂਡ ਦੀ ਗੱਲ ਮੈਂ ਕਰ ਰਹੀ ਹਾਂ, ਕਿ ਤੁਸੀਂ ਅਗਰ ਲਿਖ ਸਕਦੇ ਹੋ ਉਹਨਾਂ ਦੇ ਬਾਰੇ, ਕਿਉਂਕਿ ਮੈਂ ਟਾਈਮਜ਼ ਆਫ ਕੈਨੇਡਾ 'ਤੇ ਕੰਟੈਂਟ ਰਾਈਟਰ, ਜਿਵੇਂ ਲਾਈਫ ਸਟਾਈਲ, ਨਿਊਟ੍ਰੀਸ਼ਨ ਅਤੇ ਸਕਿਨ ਦੇ ਬਾਰੇ ਉਹ ਲਿਖਦੀ ਸੀਗੀ। ਤਾਂ ਉਹਨਾਂ ਨੇ ਮੈਨੂੰ ਇੱਕ ਡਾਇਰੀ ਦਿੱਤੀ। ਉਸ ਡਾਇਰੀ 'ਚ ਸਾਕਸ਼ੀ ਨੇ ਸਾਰਾ ਕੁਛ ਲਿਖਿਆ ਹੋਇਆ ਸੀਗਾ, ਕਿੱਦਾਂ ਕੀ ਹੋਇਆ,
ਮਤਲਬ ਕਿਉਂ ਉਹਨੇ ਇੰਨਾ ਵੱਡਾ ਡਿਸੀਜਨ ਲਿੱਤਾ ਕਿ ਬੱਚੇ ਵੀ ਹੈਗੇ ਫਿਰ ਵੀ ਇੱਕ ਮਦਰ ਨੇ ਇਹ ਡਿਸਾਈਡ ਕੀਤਾ ਕਿ ਨਹੀਂ ਮੇਰੇ ਵਾਸਤੇ ਮੌਤ ਜ਼ਿਆਦਾ ਆਸਾਨ ਹੈ। ਤਾਂ ਮੇਰੀ ਫਰਸਟ ਬੁੱਕ ਆਈ ਬਰੀਥ ਲਾਸਟ ਫॉर ਯੂ ਜਿਹੜੀ ਵੈਂਕੂਵਰ ਵਿੱਚ ਪ੍ਰਿੰਟ ਹੋਈ ਪਬਲਿਸ਼ ਹੋਈ। ਉਸ ਬੁੱਕ ਨੂੰ ਇੱਕ ਅਵਾਰਡ ਵੀ ਮਿਲਿਆ, ਕਾਫੀ ਜਗ੍ਹਾ ਤੇ ਫੈਸਿਲਿਟੇਸ਼ਨ ਵੀ ਕੀਤੀ ਗਈ ਬਿਕੋਜ਼ ਸੈਕਸ਼ੂਅਲ ਐਕਸਪਲੋਇਟੇਸ਼ਨ ਵਰਕ ਕਲਚਰਸ ਤੇ ਬਹੁਤ ਕਾਮਨ ਹੈ ਤੇ ਅਸੀਂ ਲੋਕੀ ਕਿਉਂ ਨਹੀਂ ਛੋੜਦੇ ਕਿ ਕਦੀ ਫਾਈਨੈਂਸ਼ੀਅਲ ਮਜਬੂਰੀ ਹੋ ਸਕਦੀ ਹੈ, ਹੋਰ ਵੀ ਕਈ ਚੀਜ਼ਾਂ ਹੁੰਦੀਆਂ ਨੇ ਕਿ ਕਰੀਅਰ ਖਤਮ ਹੋ ਜਾਏਗਾ ਤੇ ਤਾਂ ਹੀ ਕਰਕੇ ਉਹ ਇੱਕ ਅਵੇਅਰ ਲਾਉਣ ਵਾਸਤੇ ਕਿ ਤੁਸੀਂ ਅਲਰਟ ਹੋਣਾ ਚਾਹੀਦਾ ਤੁਸੀਂ ਕਿੱਥੇ ਕੰਮ ਕਰ ਰਹੇ ਹੋ, ਤੁਹਾਡੇ ਨਾਲ ਜਿਹੜੇ ਕੰਮ ਕਰਨ ਵਾਲੇ ਉਹ ਨੀਅਤ ਕਿਸ ਤਰ੍ਹਾਂ ਦੀ ਹੈ, ਕੋਈ ਤੁਹਾਨੂੰ ਗਲਤ ਮਤਲਬ ਵੀਕ ਸੋਚ ਕੇ ਤੁਹਾਡੀ ਐਡਵਾਂਟੇਜ ਤਾਂ ਨਹੀਂ ਲੈ ਰਿਹਾ। ਤਾਂ ਮੈਂ ਆਪਣੀ ਫਰਸਟ ਬੁੱਕ ਆਈ ਬਰੀਥ ਲਾਸਟ ਫॉर ਯੂ ਲਿਖੀ ਸੀਗੀ। ਉਸ ਤੋਂ ਬਾਅਦ ਲਾਈਕ ਮੈਨੂੰ ਬਹੁਤ ਸਾਰੀ ਆਫਰਸ ਮਿਲਣੀ ਸ਼ੁਰੂ ਹੋ ਗਈ ਡਿਫਰੈਂਟ ਮੈਗਜ਼ੀਨਸ ਤੋਂ, ਵੈਂਕੂਵਰ ਤੋਂ, ਕੈਨੇਡਾ ਤੋਂ, ਡਿਫਰੈਂਟ ਮੈਗਜ਼ੀਨ ਵਾਸਤੇ ਮੈਂ ਲਿਖਣਾ ਸ਼ੁਰੂ ਕਰਤਾ। ਸਕਿਨ ਪੋਸੀਬਲ, ਆਰਜ਼ੂ, ਟਾਈਮਸ ਆਫ ਕੈਨੇਡਾ ਜਿੱਦਾਂ ਮੈਂ ਤੁਹਾਨੂੰ ਦੱਸਿਆ, ਤੇ ਮੈਂ ਆਪਣੇ ਕਾਲਮਸ ਬਲੌਗਰ ਬਣ ਗਈ। ਤਾਂ ਫਿਰ 2020 ਜਦ ਕੋਵਿਡ ਆਇਆ ਦੈਨ ਆਈ ਵਿਜ਼ਿਟਡ ਇੰਡੀਆ ਐਂਡ ਆਈ ਕੇਮ ਟੂ ਇੰਡੀਆ। ਮੈਂ ਇੱਕ NGO 'ਚ ਐਡਵਾਈਜ਼ਰ ਹਾਂ ਹੈਦਰਾਬਾਦ ਵਿੱਚ। ਉੱਧਰ ਮੈਂ ਇੱਕ ਮੇਰੀ ਫਰੈਂਡ ਹੈਗੀ 2020 ਜਦ ਮੈਂ ਕੋਵਿਡ ਦੇ ਦੌਰਾਨ ਇੰਡੀਆ ਵਿਜ਼ਿਟ ਕਰਨ ਵਾਸਤੇ ਆਈ ਤਾਂ ਮੈਂ ਇੱਕ ਐਡਵਾਈਜ਼ਰ ਹੈਗੀ ਹੈਦਰਾਬਾਦ ਵਿੱਚ, ਉਹ ਮੈਂ ਉੱਧਰ ਵਿਜ਼ਿਟ ਕਰਨ ਗਈ ਤਾਂ ਉੱਧਰ ਕੁਛ LGBT ਕਮਿਊਨਿਟੀਜ਼ ਦੇ ਬੰਦੇ ਆਏ ਹੋਏ ਸੀਗੇ ਤੇ ਮੈਂ ਆਪਣੀ ਪਹਿਲੀ ਬੁੱਕ ਵਾਸਤੇ ਗੱਲ ਕਰਨ ਗਈ ਹੋਈ ਸੀਗੀ ਬਿਕੋਜ਼ ਉਹਨਾਂ ਨੇ ਇਨਵਾਈਟ ਕੀਤਾ ਸੀਗਾ ਮੈਨੂੰ। ਤਾਂ ਮੈਂ ਉੱਧਰ ਟੀਨਾ ਜਿਹੜੀ ਦ ਪਰਪਲ ਕਾਊਚ ਜਿਹੜੇ ਮੇਰੀ ਸੈਕਿੰਡ ਨੋਵਲ ਦੀ ਮੇਨ ਲੀਡ ਕਰੈਕਟਰ ਹੈ, ਉਹਨਾਂ ਨੇ ਮੈਨੂੰ ਦੱਸਿਆ ਕਿ ਮੈਂ ਤੁਹਾਡੀ ਫਸਟ ਬੁੱਕ ਪੜ੍ਹੀ ਹੈ, ਮੈਨੂੰ ਬਹੁਤ ਅੱਛਾ ਲੱਗਿਆ ਕਿ ਤੁਸੀਂ ਵਿਮਨ ਬਾਰੇ ਲਿਖਿਆ ਹੈ ਅਤੇ ਮੈਂ ਵੀ ਤੁਹਾਨੂੰ ਕੁਝ ਦੱਸਣਾ ਚਾਹੁੰਦੀ ਹਾਂ। ਤਾਂ ਉਹਨਾਂ ਨੇ ਮੈਨੂੰ ਦੱਸਿਆ ਕਿ ਉਹ ਬਾਇਸੈਕਸ਼ੂਅਲ ਹੈਗੇ, ਲਾਈਕ ਉਹਨਾਂ ਦਾ ਇੰਟਰਸਟ ਵਿਮਨ ਵਿੱਚ ਵੀ ਹੈਗਾ, ਮੈਨ ਵਿੱਚ ਵੀ ਹੈਗਾ। ਉਹ 50 ਇਅਰਸ ਦੇ ਸੀਗੇ ਤਦੋਂ। ਤਾਂ ਫਿਰ ਉਹਨਾਂ ਨੇ ਮੈਨੂੰ ਸਾਰੀ ਸਟੋਰੀ ਸ਼ੇਅਰ ਕੀਤੀ ਕਿ ਕਿੱਦਾਂ ਉਹਨਾਂ ਨੇ ਪੂਰੀ ਜ਼ਿੰਦਗੀ ਆਲਮੋਸਟ 50 ਇਅਰਸ ਸ਼ੀ ਸਟਰਗਲ ਫॉर ਹਰ ਆਈਡੈਂਟੀਟੀ, ਮਤਲਬ ਆਪਣੀ ਪਹਿਚਾਨ ਛੁਪਾਉਣ ਵਾਸਤੇ ਉਹਨਾਂ ਨੇ ਬਹੁਤ ਸਟਰਗਲ ਕੀਤਾ। ਬਹੁਤ ਜਗ੍ਹਾ ਜਿਨ੍ਹਾਂ ਨੂੰ ਵੀ ਪਤਾ ਲੱਗਦਾ ਸੀਗਾ ਉਹ ਬਾਇਸੈਕਸ਼ੂਅਲ ਸੀਗੇ, ਉਸ ਚੀਜ਼ ਨੂੰ ਉਹ ਬਲੈਕਮੇਲ ਕਰਨਾ, ਫਿਰ ਉਹਨਾਂ ਦਾ ਐਡਵਾਂਟੇਜ ਲੈਣਾ। ਦੈਨ ਆਈ ਡਿਸਾਈਡਡ ਟੂ ਰਾਈਟ ਅਬਾਊਟ ਦਿਸ ਪਰਪਲ ਕਾਊਚ, ਦਿਸ ਕਮਿਊਨਿਟੀ। Okay. Yeah. And what is the actual pain and the kind of a struggle you have you mentioned in this novel? Yeah. Oh, how that evolves actually? See, I have seen one of my friend in my childhood. She was also bisexual, so I have seen her struggles also. She was a very easy pickup. She was very vulnerable. So same was with the Tina. When she came to know she herself is a bisexual woman, and she was easily pick up. She was like always ready to grab attention if somebody if it could be any guy or a girl. So for that thing she has to pass through many molestation phases, many mental turmoil phases because people use and throw, like they played with her feelings. She becomes so weak, self esteem has totally depleted from her life, and many relationship came and go, and she was almost like broken. ਦੈਨ ਉਹਨਾਂ ਨੇ ਮਤਲਬ ਜਦ ਇਹ ਸਭ ਮੈਨੂੰ ਦੱਸਿਆ ਦੈਨ ਆਈ ਡਿਸਾਈਡਡ ਕਿ ਮੈਨੂੰ ਇਸ ਬਾਰੇ ਲਿਖਣਾ ਚਾਹੀਦਾ ਹੈ ਕਿਉਂਕਿ ਬਹੁਤ ਸੇ ਲੋਕ ਸੀਗੇ। ਜਦੋਂ ਮੈਂ NGO ਗਈ ਉੱਥੇ ਲਗਭਗ ਤੁਸੀਂ ਕਹਿ ਸਕਦੇ ਹੋ 15-20 ਬੱਚੇ ਤਾਂ ਟੀਨੇਜਰ ਸੀਗੇ, ਲਾਈਕ 15-20 ਸਾਲ ਦੇ, ਮਿਡਲ ਏਜ ਦੇ ਬਹੁਤ ਸਾਰੇ ਲੋਕ ਸੀਗੇ ਜਿਹੜੇ ਇਹੀ ਸਟਰਗਲ ਕਰ ਰਹੇ ਹੈਗੇ ਕਿ ਸਾਨੂੰ ਲੋਕੀ ਐਕਸੈਪਟ ਕਰਨ, ਸਾਨੂੰ ਨੈਚੁਰਲੀ ਐਕਸੈਪਟ ਕਰਨ, ਸਾਨੂੰ ਵੀ ਉਹ ਇੱਕ ਰਾਈਟ ਬਣਦਾ ਹੈ ਕਿ ਸਾਨੂੰ ਉਹੀ ਇੱਜ਼ਤ ਮਿਲੇ, ਉਹੀ ਜਗ੍ਹਾ ਮਿਲੇ ਸੁਸਾਇਟੀ 'ਚ, ਅਸੀਂ ਮਤਲਬ ਸਾਡੇ ਲੋਕਾਂ ਨਾਲ ਹੀ ਉਹ ਉੱਠ ਬੈਠ ਸਕਣ। ਤਾਂ ਮੈਂ ਸੋਚਿਆ ਕਿ ਨਹੀਂ ਇਸ ਬਾਰੇ ਲਿਖਣਾ ਚਾਹੀਦਾ ਹੈਗਾ। ਯਾ ਥੈਂਕ ਯੂ ਸੋ ਮਚ। ਸਾਡੇ ਨਾਲ ਇਹ ਮੈਡਮ ਸੀਗੇ ਰਾਈਟਰ ਨੇ ਸੁਨੈਨਾ, ਜਿਨ੍ਹਾਂ ਨੇ ਕਿ ਇਹ ਬੁੱਕ ਲਿਖੀ ਹੈ ਪਰਪਲ ਕਾਊਚ। ਔਰ ਤੁਹਾਨੂੰ ਦੱਸ ਦਈਏ ਕਿ ਉਹਨਾਂ ਨੇ ਕਿਹਾ ਕਿ ਇਹ ਸਟਰਗਲ ਜਿਹੜੀ ਸੀਗੀ ਬੇਸਿਕਲੀ ਮੇਰੀ ਆਪਣੀ ਇੱਕ ਫਰੈਂਡ ਸੀਗੀ ਜਿਹੜੀ ਕਿ ਖਾਸ ਕਰਕੇ ਜਿਹਨੇ ਪਹਿਲਾਂ ਜਦੋਂ ਉਹਨਾਂ ਨੇ ਨਾਵਲ ਲਿਖਿਆ ਤਾਂ ਉਹਨਾਂ ਦੀ ਫਰੈਂਡ ਸੀਗੀ ਜਿਹੜੀ ਕਿ ਇਹੋ ਜਿਹੀ ਸਟਰਗਲ ਕੋਈ ਕਰ ਰਹੀ ਸੀ ਤੇ ਉਹਨਾਂ ਨੇ ਉਸ ਲਈ ਨਾਵਲ ਲਿਖਿਆ। ਪਰ ਇਹ ਵਾਲੀ ਪਰਟੀਕੂਲਰ ਜੇ ਨਾਵਲ ਦੀ ਗੱਲ ਕਰੀਏ ਤਾਂ ਕੁਛ ਐਸੇ ਲੋਕ ਉਹਨਾਂ ਨੂੰ ਮਿਲੇ ਜਿਸ ਦੇ ਨਾਲ ਕਿ ਉਹ ਮਤਲਬ ਕਿ ਉਹਨਾਂ ਨੂੰ NGOs ਗਏ, ਡਿਫਰੈਂਟ ਜਗ੍ਹਾਵਾਂ 'ਤੇ ਗਏ ਤਾਂ ਉਹਨਾਂ ਨੂੰ ਲੱਗਿਆ ਕਿ ਉਹਨਾਂ ਨੂੰ ਇਸ ਕਮਿਊਨਿਟੀ ਦੇ ਬਾਰੇ ਜਿਹੜੀ ਉਹ ਗੱਲਬਾਤ ਜ਼ਰੂਰ ਕਰਨੀ ਚਾਹੀਦੀ ਹੈ, ਲਿਖਣਾ ਚਾਹੀਦਾ ਹੈ। ਉਹਨਾਂ ਨੂੰ ਆਈਡੀਆ ਆਇਆ, ਬੇਸਿਕਲੀ ਉਹ ਨਿਊਟ੍ਰੀਸ਼ਨਿਸਟ ਨੇ, ਬੇਸਿਕਲੀ ਉਹ ਸਕਿਨ ਸਪੈਸ਼ਲਿਸਟ ਨੇ, ਪਰ ਉਹਨਾਂ ਨੇ ਨਾਵਲ ਵੀ ਲਿਖੇ ਹੈ।
ਬੜਾ ਡਿਫਰੈਂਟ ਔਰ ਔਖਾ ਹੁੰਦਾ ਹੈ ਐਵੇਂ ਦੀ ਸਟਰਗਲ ਨੂੰ ਲਿਖਣਾ, ਡਿਪਿਕਟ ਕਰਨਾ, ਕਿਉਂਕਿ ਕਰੈਕਟਰਸ ਜਿਹੜੇ ਨੇ ਉਹਨਾਂ ਕਰੈਕਟਰਸ ਨੂੰ ਜੀਣਾ ਔਰ ਉਹਨਾਂ ਦੇ ਲਿਹਾਜ਼ ਨਾਲ ਲਿਖਣਾ ਕਿਸੇ ਵੀ ਰਾਈਟਰ ਲਈ ਕੋਈ ਵੀ ਬੁੱਕ ਲਿਖਣੀ ਜਾਂ ਕੋਈ ਵੀ ਚੀਜ਼ ਲਿਖਣੀ ਬਹੁਤ ਔਖਾ, ਕਿਉਂਕਿ ਤੁਹਾਨੂੰ ਉਸ ਪਰਟੀਕੂਲਰ ਕਰੈਕਟਰ ਦੇ ਵਿੱਚ ਵੜ ਕੇ ਉਹਦੀ ਸਾਈਕੋਲੋਜੀ 'ਚ ਵੜ ਕੇ ਉਹਦੀ ਆਦਤਾਂ, ਉਹਦੀ ਚਾਲ ਢਾਲ, ਉਹਦਾ ਸੋਚ ਉਹਦੇ ਵਿੱਚ ਵੜ ਕੇ ਉਸ ਨੂੰ ਲਿਖਣਾ ਪੈਂਦਾ, ਉਹ ਬਣਨਾ ਪੈਂਦਾ, ਪਹਿਲੇ ਟੁੱਟਣਾ ਔਰ ਜੀਣਾ ਤੇ ਮਰਨਾ ਪੈਂਦਾ। ਤੇ ਇਸ ਤਰੀਕੇ ਦੇ ਨਾਲ ਜੋ ਤੁਸੀਂ ਹੋ ਹੀ ਨਹੀਂ ਸੀ, ਤੁਸੀਂ ਇੱਕ ਔਰਤ ਹੋ, ਇੱਕ ਮਰਦ ਹੋ ਔਰ ਤੁਹਾਨੂੰ ਟਰਾਂਸਜੈਂਡਰ ਬਣ ਕੇ, ਕਿੰਨਰ ਬਣ ਕੇ ਸੋਚਣਾ ਪਵੇ, ਜਾਂ ਤੁਹਾਨੂੰ ਬਾਈਸੈਕਚੁਅਲ ਬਣ ਕੇ ਸੋਚਣਾ ਪਵੇ, ਜਾਂ ਤੁਹਾਨੂੰ ਲੈਸਬੀ ਬਣ ਕੇ ਸੋਚਣਾ ਪਵੇ, ਜਾਂ ਗੇ ਬਣ ਕੇ ਸੋਚਣਾ ਪਵੇ, ਬਹੁਤ ਡਿਫਿਕਲਟ ਹੈਗਾ ਇਸ ਤਰੀਕੇ ਦੇ ਨਾਲ ਉਸ ਕਰੈਕਟਰ 'ਚ ਜਾ ਕੇ ਲਿਖਣਾ। ਇੱਕ ਕੋਸ਼ਿਸ਼ ਕੀਤੀ ਹੈ ਉਹਨਾਂ ਨੇ, ਇੱਥੇ ਅੱਜ ਲਾਂਚ ਕੀਤਾ ਜਾਏਗਾ ਔਰ ਦੇਖਦੇ ਹਾਂ ਫਿਰ ਅੱਗੇ ਇਸ ਤਰੀਕੇ ਦੀ ਕਿੰਨੀ ਕਿੱਥੇ ਹੁੰਗਾਰਾ ਮਿਲਦਾ, ਕਿਉਂਕਿ ਸਾਡੀ ਸੋਸਾਇਟੀ ਦੇ ਵਿੱਚ ਇਹਦੀ ਐਕਸੈਪਟੈਂਸ ਜਿਹੜੀ ਹੈ ਉਹ ਬਹੁਤ ਘੱਟ ਹੈਗੀ ਹੈ। ਕੈਮਰਾ ਪਰਸਨ ਸਰਬਜੀਤ ਦੇ ਨਾਲ ਬਿੰਦੂ ਸਿੰਘ, ਚੰਡੀਗੜ੍ਹ। ਤੁਸੀਂ ਦੇਖਦੇ ਰਹੋ D5 ਚੈਨਲ ਪੰਜਾਬੀ। ਨਿਡਰ ਹਾਂ, ਨਿਰਪੱਖ ਰਹਾਂਗੇ, ਆਜ਼ਾਦ ਹਾਂ, ਸੱਚ ਕਹਾਂਗੇ। ਗੱਲ ਕਰਾਂਗੇ ਸਿਆਸੀ ਹਵਾ ਦੀ, ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ। ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ। ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ। ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ। ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ। ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ। ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ। ਖੋਲਾਂਗੇ ਅੰਦਰੂਨੀ ਰਾਜ। ਬਣਾਂਗੇ ਬੁਲੰਦ ਆਵਾਜ਼। ਖੇਡ, ਸਿੱਖਿਆ, ਸਿਹਤ, ਖੇਤੀ ਦੀ ਬਾਤ ਪਾਵਾਂਗੇ। ਹਰ ਪਿੰਡ, ਹਰ ਸ਼ਹਿਰ ਜਾਵਾਂਗੇ। ਮਨੋਰੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ। ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਝਾਤ। ਕੀ ਨੇ ਸਾਡੇ ਕਾਨੂੰਨ, ਫਰਜ਼ ਤੇ ਅਧਿਕਾਰ? ਕੀ ਕਰਦੀ ਹੈ ਸਾਡੀ ਸਰਕਾਰ? ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ? D5 ਚੈਨਲ ਪੰਜਾਬੀ ਦੀ ਕਚਹਿਰੀ 'ਚ ਹੋਵੇਗੀ सिर्फ लोकां दी गल। धर्म, धरोहर, सेहत और संस्कृति की होगी बात। अब D5 चैनल हिंदी भी होगा सर। D5 चैनल पंजाबी, अपनी धरती, अपने लोक। सत श्री अकाल जी, मैं हाँ कुलराज रंधावा ते तुसी वेख रहे हो D5 चैनल पंजाबी, जिहड़ा लॉन्च हो चुका है हुण कैनेडा विच।